ਗੱਲ ਇੱਦਾਂ ਸੀਗੀ ਕਿ ਮੇਰੇ ਇੱਕ ਮਿੱਤਰ ਦਾ ਮੈਨੂੰ ਕਾਲ ਆਇਆ ਜੀ। ਉਹਨੇ ਮੈਨੂੰ ਕਿਹਾ ਜੀ ਇੱਦਾਂ ਦਾ ਮੈਨੂੰ ਉੱਥੇ ਮੇਰੀ ਚੈਕਿੰਗ ਚੱਲਦੀ ਪਈ ਹੈ। ਚਲੋ ਅਸੀਂ ਉਹਨਾਂ ਦੀ ਚੈਕਿੰਗ ਕਰਵਾ ਰਹੇ ਜੀ ਪੂਰੀ। ਵੈਰੀਫਾਈ ਕਰਾਉਣ ਦੇ ਵਿੱਚ ਕਦੀ ਸਾਨੂੰ ਡਿਵੀਜ਼ਨ ਨੰਬਰ 2 ਭੇਜਿਆ ਜਾ ਰਿਹਾ ਸੀ, ਕਦੀ ਨਾਕੇ ਤੇ ਬੁਲਾਇਆ ਜਾ ਰਿਹਾ ਸੀ। ਇੱਦਾਂ ਦਾ ਸਾਡੇ 4 ਗੇੜੇ ਇਹਨਾਂ ਨੇ ਲਵਾ ਦਿੱਤੇ ਗਏ। ਇਹਨਾਂ ਦਾ ਇੱਕ ਮੁੰਸ਼ੀ ਆ ਜਿਸ ਨੇ ਬਿਲਕੁਲ ਹੀ ਗਲਤ ਗਾਈਡ ਕੀਤਾ, ਕਿਉਂਕਿ ਤੁਸੀਂ ਜਾਣਦੇ ਹੋ ਕਿ 2016 ਦੇ ਵਿੱਚ ਮੇਰੇ ਨਾਲ ਕੀ ਕੁਛ ਹੋ ਚੁੱਕਾ ਆ ਕਿ ਪੁਲਿਸ ਨੇ ਮੈਨੂੰ ਕਿੱਦਾਂ ਨਜਾਇਜ਼ ਇੱਕ ਅੱਤਵਾਦੀ ਘੋਸ਼ਿਤ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਮੈਂ NIA ਕੋਰਟ ਦੇ ਵਿੱਚੋਂ ਕਲੀਨ ਚਿੱਟ ਲੈ ਕੇ ਅਵੇਲੇਬਲ ਆਪਣੇ ਘਰਾਂ ਵਿੱਚ ਨੋਰਮਲੀ ਬੈਠਾ। ਇਸ ਨੂੰ ਹਾਲੇ ਤੱਕ ਮੈਨੂੰ ਸਮਝ ਨਹੀਂ ਆ ਰਹੀ ਕਿ ਮੁੰਸ਼ੀ ਲਗਾਇਆ ਕਿਸ ਨੇ ਆ, ਜਿਸ ਨੂੰ ਇਹੀ ਨਹੀਂ ਪਤਾ ਕਿ ਇਹ ਲੋਕ ਉਸ ਮਾਮਲਿਆਂ 'ਚੋਂ ਬਰੀ ਹੋ ਚੁੱਕੇ ਨੇ। ਬਿਲਕੁਲ ਕਲੀਨ ਚਿੱਟਾਂ ਤੋਂ ਅਸੀਂ ਬਰੀ ਹਾਂ। ਮੌਕੇ ਦੇ ਉੱਤੇ ਜਦੋਂ ਮੈਂ ACP ਸਾਹਿਬ ਦੇ ਕੋਲੋਂ ਸਵਾਲ ਜਵਾਬ ਪੁੱਛੇ ਗਏ ਤਾਂ ਉਹਨਾਂ ਨੇ ਸਾਰਾ ਜਵਾਬ ਦਿੱਤਾ ਕਿ ਇਹ ਗਲਤ ਗਾਈਡ ਉਹਨਾਂ ਨੂੰ ਇਹ ਮੁੰਸ਼ੀ ਨੇ ਕੀਤਾ ਸੀਗਾ। ਐਕਚੁਅਲ ਦੇ ਵਿੱਚ ਇੱਕ ਰਿਟ ਚੱਲਦੀ ਆ ਜਿਸ ਦੇ ਵਿੱਚ ਮੈਂ 65 ਮੁਲਾਜ਼ਮਾਂ ਦੇ ਖਿਲਾਫ ਇੱਕ ਰਿਟ ਦਾਇਰ ਕੀਤੀ ਆ। ਇਹਨਾਂ ਨੂੰ ਡਿਸਮਿਸ ਦੀ ਮੰਗ ਕੀਤੀ ਹੋਈ ਆ ਹਾਈ ਕੋਰਟ ਦੇ ਉੱਤੋਂ, ਕਿਉਂਕਿ 2016 ਦੇ ਵਿੱਚ ਮੈਂ ਨਜਾਇਜ਼ ਜੇਲ੍ਹ ਕੱਟੀ ਸੀਗੀ, ਜਿਸ ਦੇ ਵਿੱਚ ਮੈਨੂੰ ਬਿਲਕੁਲ ਕਲੀਅਰ ਕਰ ਦਿੱਤਾ ਗਿਆ ਸੀ। ਪੰਜਾਬ ਪੁਲਿਸ ਨੇ ਮੇਰੇ ਅਗੇਂਸਟ ਇੱਕ ਝੂਠੇ ਚਲਾਨ ਪੇਸ਼ ਕਰ ਦਿੱਤੇ ਗਏ ਸੀਗੇ। ਉਹ ਚਲਾਨ ਦੇ ਰਿਗਾਰਡਿੰਗ ਕਈ ਅਫਸਰ ਹੈਗੇ ਆ ਜਿਹੜੇ ਮੇਰੇ ਨਾਲ ਲਾਗ ਡਾਟ ਖਾਂਦੇ ਨੇ। ਇਹ ਰੈਗੂਲਰ ਮੈਨੂੰ ਫਸਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਆ। ਮੈਨੂੰ ਰੈਗੂਲਰ ਥ੍ਰੈਟ ਆਉਂਦੀ ਆ ਕਿ ਜੇ ਤੂੰ ਸਾਡੇ ਅਗੇਂਸਟ ਰਿਟ ਦਾਇਰ ਕਰੇਗਾ ਤੈਨੂੰ ਕਿਸੇ ਮਾਮਲੇ 'ਚ ਵਿੱਚ ਦਾਖਲ ਕਰ ਦਾਂਗੇ। ਇਹ ਅਗਰ ਮੈਨੂੰ ਕਹਿੰਦੇ ਨੇ ਕਿ ਮੇਰੇ ਕਿਸੇ ਗੈਂਗਸਟਰ ਨਾਲ ਸੰਬੰਧ ਆ, ਮੈਂ ਜੂਆ ਕਰਾਨਾ। ਸਰ 2016 ਦੇ ਵਿੱਚ ਵੀ ਇਹਨਾਂ ਨੇ ਮੈਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ। ਉਦੋਂ ਕਿਉਂ ਨਹੀਂ ਇਹਨਾਂ ਕੋਲ ਸਾਬਿਤ ਹੋਇਆ ਕੁਝ? ਅਗਰ ਇਹ ਕਿਹਾ ਜਾਵੇ ਕਿ ਕਿਸੇ ਨੂੰ ਵੀ ਇਹ ਗੈਂਗਸਟਰ ਬਣਾਉਂਦੇ ਨੇ ਤੇ ਜਿਹੜਾ ਇਹਨਾਂ ਦਾ SHO ਆ ਇੰਦਰਜੀਤ, ਉਹਦੇ ਕੋਲ ਸਾਲਟਾਂ ਬਰਾਮਦ ਹੋਈਆਂ, ਉਹ ਵੀ ਤਾਂ ਪੰਜਾਬ ਪੁਲਿਸ ਦਾ ਸੀ। ਤੇ ਜੰਮੂ ਦਾ ਇੱਕ DSP ਸੀਗਾ ਜਿਹੜਾ ਅੱਤਵਾਦੀਆਂ ਨੂੰ ਆਰ-ਪਾਰ ਕਰਾ ਰਿਹਾ ਸੀਗਾ। ਤੇ ਕਈ ਇਹਨਾਂ ਦੇ ਅਫਸਰ ਆ ਜਿਹੜੇ ਰੇਪ ਮਾਮਲਿਆਂ ਦੇ ਵਿੱਚ ਵੀ ਅਵੇਲੇਬਲ ਨੇ। ਤੇ ਉਹਨਾਂ ਦੀ ਛਵੀ ਇਹ ਇਹਨਾਂ ਦੀ ਮਾਇਨੇ ਨਹੀਂ ਕਰਦੀ ਕਿ ਜਿਹੜੇ ਆਮ ਸਿਵਿਲੀਅਨ ਆ ਉਹਨਾਂ ਨੂੰ ਹੀ ਤੰਗ ਕਰਨਾ ਇਹਨਾਂ ਨੇ ਪੇਸ਼ਾ ਬਣਾਇਆ ਹੋਇਆ। ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਸ਼ਾਲ ਕਪੂਰ। ਗੱਲ ਕੀਤੀ ਜਾਵੇ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਅੱਜ ਨੂੰ ਕਈ ਨਾਕੇ ਲਗਾਏ ਗਏ ਸੀਗੇ। 26 ਐਸੇ ਪੁਆਇੰਟ ਸੀਗੇ ਜਿੱਥੇ ਨਾਕਾਬੰਦੀ ਕੀਤੀ ਗਈ ਸੀਗੀ ਤੇ ਕਈ ਸ਼ੱਕੀ ਅਨਸਰਾਂ ਨੂੰ ਉੱਥੇ ਰੋਕਿਆ ਵੀ ਗਿਆ ਸੀਗਾ ਤੇ ਉਹਨਾਂ ਕਈ ਪੁਲਿਸ ਨੇ ਕਈ ਐਸੇ ਸ਼ੱਕੀ ਅਨਸਰਾਂ ਨੂੰ ਰੋਕਿਆ ਜੋ ਕਈ ਕੇਸਾਂ ਦੇ ਵਿੱਚ ਭਗੌੜੇ ਵੀ ਸਨ। ਲੇਕਿਨ ਗੱਲ ਕੀਤੀ ਜਾਵੇ ਲੁਧਿਆਣਾ ਸ਼ਹਿਰ ਦੇ ਥਾਣਾ ਡਿਵੀਜ਼ਨ ਨੰਬਰ 2 ਦੇ ਵਿੱਚ 2 ਦਾ ਨਾਕਾਬੰਦੀ ਕੀਤੀ ਹੋਈ ਸੀਗੀ ਤੇ ਉਸ ਤੋਂ ਬਾਅਦ ਸਮਰ ਡਸੂਜਾ ਸ਼ਿਵ ਸੈਨਾ ਯੁਵਾ ਮੋਰਚਾ ਜ਼ਿਲ੍ਹਾ ਪ੍ਰਭਾਰੀ ਜਿਹੜੇ ਹੈਗੇ ਨੇ ਸ਼ਿਵ ਸੈਨਾ ਯੁਵਾ ਮੋਰਚਾ ਦੇ ਪ੍ਰਭਾਰੀ ਨੇ ਜ਼ਿਲ੍ਹਾ ਦੇ, ਲੇਕਿਨ ਉਹਨਾਂ ਨਾਲ ਕਿਤੇ ਨਾ ਕਿਤੇ ਕਹਾ ਸੁਣੀ ਹੋ ਜਾਂਦੀ ਪੁਲਿਸ ਦੀ। ਤਾਂ ਉਸ ਤਿੱਖੀ ਬਹਿਸ ਦੇ ਵਿੱਚ ਕਾਫੀ ਸਮੇਂ ਉਹਨਾਂ ਦੀ ਬਹਿਸ ਹੁੰਦੀ ਰਹਿੰਦੀ ਆ। ਉਸ ਤੋਂ ਬਾਅਦ ਸਮਰ ਡਸੂਜਾ ਨੇ ਪੁਲਿਸ ਪ੍ਰਸ਼ਾਸਨ ਨੂੰ ਹੀ ਆੜੇ ਹੱਥ ਲੈ ਲਿੱਤਾ ਤੇ ਇੱਕ ਰਿਟਨ ਕੰਪਲੇਂਟ ਵੀ ਦਿੱਤੀ ਹੈ। ਕੀ ਹੈ ਪੂਰਾ ਮਾਜਰਾ ਸਮਰ ਡਸੂਜੇ ਕੋਲ ਜਾਣਦੇ। ਸਮਰ, ਕੀ ਹੈ ਪੂਰਾ ਮਾਮਲਾ? ਆਖਿਰ ਨਾਕੇਬੰਦੀ ਦੌਰਾਨ ਤੁਹਾਨੂੰ ਰੋਕਿਆ ਗਿਆ ਸੀਗਾ ਕਿ ਤੁਸੀਂ ਕਿਸੇ ਸ਼ਖਸ ਦੇ ਕੋਲ ਜਾ ਰਹੇ ਸੀਗੇ ਬਚਾਉਣ ਵਾਸਤੇ, ਕਿ ਉੱਥੇ ਤੁਹਾਡੀ ACP ਨਾਲ ਕਹਾ ਸੁਣੀ ਹੁੰਦੀ ਹੈ? ਵਿਸ਼ਾਲ ਜੀ, ਗੱਲ ਇੱਦਾਂ ਸੀਗੀ ਕਿ ਮੇਰੇ ਇੱਕ ਮਿੱਤਰ ਦਾ ਮੈਨੂੰ ਕਾਲ ਆਇਆ ਜੀ। ਉਹਨੇ ਮੈਨੂੰ ਕਿਹਾ ਜੀ ਇੱਦਾਂ ਦਾ ਮੈਨੂੰ ਉੱਥੇ ਮੇਰੀ ਚੈਕਿੰਗ ਚੱਲਦੀ ਪਈ ਹੈ। ਚਲੋ ਅਸੀਂ ਉਹਨਾਂ ਦੀ ਚੈਕਿੰਗ ਕਰਵਾ ਲਈ ਜੀ ਪੂਰੀ। ਚੈਕਿੰਗ ਕਰਾ ਕੇ ਅਸੀਂ ਡਿਵੀਜ਼ਨ ਨੰਬਰ 2 ਚਲੇ ਗਏ ਜੀ। ਉੱਥੇ ਮੈਂ ACP ਸਾਹਿਬ ਨੂੰ ਵੀ ਮਿਲਿਆ ਮੌਕੇ 'ਤੇ ਜਿੱਥੇ ਨਾਕਾ ਲੱਗਾ ਸੀ। ACP ਸਾਹਿਬ ਨੇ ਕਿਹਾ ਕਿ ਮੈਂ ਵੈਰੀਫਾਈ ਕਰਕੇ ਮੁੰਡਾ ਤੁਹਾਡਾ ਕਲੀਅਰ ਕਰ ਦਿੰਦਾ। ਸੋ ਅਸੀਂ ਵੈਰੀਫਾਈ ਕਰਾ ਦਿੱਤਾ ਜੀ। ਵੈਰੀਫਾਈ ਕਰਾਉਣ ਦੇ ਵਿੱਚ ਕਦੀ ਸਾਨੂੰ ਡਿਵੀਜ਼ਨ ਨੰਬਰ 2 ਭੇਜਿਆ ਜਾ ਰਿਹਾ ਸੀ, ਕਦੀ ਨਾਕੇ 'ਤੇ ਬੁਲਾਇਆ ਜਾ ਰਿਹਾ ਸੀ। ਇੱਦਾਂ ਦਾ ਸਾਡੇ 4 ਗੇੜੇ ਇਹਨਾਂ ਨੇ ਲਵਾ ਦਿੱਤੇ ਗਏ। ਉਸ ਤੋਂ ਬਾਅਦ ਜੀ ਇੱਕ ਇਹਨਾਂ ਦਾ ਮੁੰਸ਼ੀ ਹੈਗਾ ਜੀ ਜੌਨ ਪੀਟਰ। ਉਹਨੇ ਸੀਨੀਅਰ ਅਫਸਰ ACP ਸਾਹਿਬ ਨੂੰ ਬਿਲਕੁਲ ਹੀ ਸਾਡੇ ਬਾਰੇ ਗਲਤ ਗਾਈਡ ਕੀਤਾ ਗਿਆ ਕਿ ਇਹ ਲੋਕ ਗਲਤ ਛਵੀ ਦੇ ਮਾਲਕ ਆ, ਕਿ ਇੱਦਾਂ ਇਹਨਾਂ ਉੱਤੇ ਕਈ ਮੁਕੱਦਮੇ ਆ। ਉਸ ਸ਼ਖਸ ਨੂੰ ਇਹ ਨਹੀਂ ਪਤਾ ਕਿ ਅਸੀਂ ਉਹਨਾਂ ਨੂੰ ਕਲੀਅਰ ਕਰ ਚੁੱਕੇ ਹਾਂ, ਅਸੀਂ NIA ਕੋਰਟ ਦੇ ਵਿੱਚੋਂ ਬਰੀ ਹਾਂ। ਅਤੇ ਜਿਸ ਦੇ ਰਿਗਾਰਡਿੰਗ ACP ਸਾਹਿਬ ਨੇ ਬਿਨਾਂ ਸੋਚੇ ਸਮਝੇ ਚਲੋ ਉਸ ਦੇ ਕਹਿਣ ਉੱਤੇ ਸਾਡੇ ਨਾਲ ਗੱਲਬਾਤ ਪੂਰੀ ਕਰ ਲਈ। ਕਰਨ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਸਰ ਜੋ ਇਨਵੈਸਟੀਗੇਸ਼ਨ ਤੁਸੀਂ ਬੋਲਦੇ ਪਏ ਹੋ, ਤੁਸੀਂ ਕਹਿ ਰਹੇ ਪਏ ਹੋ ਕਿ ਅਸੀਂ ਗਲਤ ਛਵੀ ਦੇ ਮਾਲਕ ਆ, ਤੁਸੀਂ ਇਸ ਨੂੰ ਕਲੀਅਰ ਕਰ ਦੂੰਗੇ, ਬਟ ਮੌਕੇ ਉੱਤੇ ਉਹਨਾਂ ਕੋਲ ਐਸਾ ਕੁਝ ਵੀ ਕਲੀਅਰ ਨਹੀਂ ਹੋ ਪਾਇਆ। ਲੇਕਿਨ ਸਮਝੀ ਤੇ ਗੱਲ ਕੀਤੀ ਜਾਵੇ ਜੋ ਵੈਪਨ ਵੀ ਉੱਥੇ ਰਿਕਵਰ ਕੀਤਾ ਗਿਆ ਸੀਗਾ, ਜੋ ਤੁਹਾਡੇ ਨਾਲ ਸ਼ਖਸ ਜਿਹਨੂੰ ਤੁਸੀਂ ਛੁਡਾਉਣ ਗਏ ਸੀਗੇ, ਆਖਿਰ ਉਹ ਲਾਇਸੈਂਸੀ ਸੀਗਾ ਕਿ ਉਹਦੀ ਡਾਕੂਮੈਂਟ ਜਿਹੜੇ ਦੇ ਦਿੱਤੇ ਗਏ ਸੀਗੇ? ਜੋ ਉੱਥੇ ਸ਼ਖਸ ਜੋਨੀ, ਮੇਰੇ ਖਿਆਲ ਜੋਨੀ ਨੂੰ ਰੋਕਿਆ ਗਿਆ ਸੀਗਾ ਕਿ ਜਿਸ ਨੇ ਤੁਹਾਨੂੰ ਫੋਨ ਕਾਲ ਕੀਤੀ ਸੀਗੀ, ਲੇਕਿਨ ਉਹ ਵੈਰੀਫਾਈ ਕੀਤਾ ਗਿਆ ਸੀ ਜਿਸ ਵੈਪਨ ਦੇ ਕੋਲ ਉਸ ਸਮੇਂ ਉਹਦੇ ਕੋਲ ਮੌਜੂਦ ਸੀਗਾ? ਬਿਲਕੁਲ ਜੀ, ਬਿਲਕੁਲ। ਉਹਨਾਂ ਦਾ ਜਿਹੜਾ ਵੈਪਨ ਆ ਉਹ ਜੈਨੂਨ ਸੀ। ਅਸੀਂ ਸਾਰੇ ਜਿੰਨੇ ਵੀ ਰਿਕਾਰਡ ਸੀਗੇ ਉਹ ਦੇ ਚੁੱਕੇ ਸੀ। ਟੋਟਲ ਡਾਕੂਮੈਂਟ ਉਹਨਾਂ ਨੂੰ ਕਲੀਅਰ ਕਰਾ ਦਿੱਤਾ ਗਿਆ ਸੀਗਾ ਅਤੇ ਫਿਲਹਾਲ ਜੋਨੀ ਜਿਹੜੇ ਨੇ ਇਸ ਟਾਈਮ ਵੀ ਉਹ ਬਿਲਕੁਲ ਕਲੀਅਰ ਕਰਾ ਕੇ ਆਪਣੇ ਘਰੇ ਨੇ। ਉਸ ਦੇ ਵਿੱਚ ਕੀ ਹੋਇਆ ਜੀ, ਜਿਹੜਾ ਇਹਨਾਂ ਦਾ ਇੱਕ ਮੁੰਸ਼ੀ ਆ ਜਿਸ ਨੇ ਬਿਲਕੁਲ ਹੀ ਗਲਤ ਗਾਈਡ ਕੀਤਾ, ਕਿਉਂਕਿ
ਤੁਸੀਂ ਜਾਣਦੇ ਹੋ ਕਿ 2016 ਦੇ ਵਿੱਚ ਮੇਰੇ ਨਾਲ ਕੀ ਕੁਝ ਹੋ ਚੁੱਕਾ ਆ, ਕਿ ਪੁਲਿਸ ਨੇ ਮੈਨੂੰ ਕਿੱਦਾਂ ਨਜਾਇਜ਼ ਇੱਕ ਅੱਤਵਾਦੀ ਘੋਸ਼ਿਤ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਮੈਂ NIA ਕੋਰਟ ਦੇ ਵਿੱਚੋਂ ਕਲੀਨ ਚਿੱਟ ਲੈ ਕੇ ਅਵੇਲੇਬਲ ਆਪਣੇ ਘਰਾਂ ਵਿੱਚ ਨੋਰਮਲੀ ਬੈਠਾ। ਉਸ ਨੇ ਗਲਤ ਗਾਈਡ ਕਰਦੇ ਹੋਏ ਮੇਰੇ ਨਾਲ ਕਹਾ ਸੁਣੀ, ਬੇਵਜ੍ਹਾ ਅਫਸਰਾਂ ਨੂੰ ਇੱਕ ਗਲਤ ਗਾਈਡ ਕਰਵਾਇਆ ਗਿਆ। ਮੌਕੇ ਦੇ ਉੱਤੇ ਜਦੋਂ ਮੈਂ ACP ਸਾਹਿਬ ਦੇ ਕੋਲੋਂ ਸਵਾਲ ਜਵਾਬ ਪੁੱਛੇ ਗਏ ਤਾਂ ਉਹਨਾਂ ਨੇ ਸਾਰਾ ਜਵਾਬ ਦਿੱਤਾ ਕਿ ਇਹ ਗਲਤ ਗਾਈਡ ਉਹਨਾਂ ਨੂੰ ਇਹ ਮੁੰਸ਼ੀ ਨੇ ਕੀਤਾ ਸੀਗਾ। ਤੇ ਮੌਕੇ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਮੁੰਸ਼ੀ ਦੇ ਖਿਲਾਫ ਸਾਨੂੰ ਕੰਪਲੇਂਟਸ ਦਵੋ ਜੇ ਤੁਹਾਡਾ ਰਾਈਟਸ ਹੈਗਾ ਆ। ਲੇਕਿਨ ਸਮਰ ਇੱਥੇ ਗੱਲ ਕੀਤੀ ਜਾਵੇ ਕਿ ਉਸ ਇਹ ਮੁੰਸ਼ੀ ਦੇ ਨਾਲ ਤੁਹਾਡੀ ਕੀ ਟਕਰਾਰ ਸੀਗੀ, ਆ ਕਿ ਕਿਹੜਾ ਵਜ੍ਹਾ ਸੀਗੀ ਕਿ ਤੁਹਾਡੀ ਰੰਜਿਸ਼ ਦੇ ਵਿੱਚ ਆ ਗੱਲਬਾਤ ਵੱਧ ਗਈ? 2 ਘੰਟੇ ਦਾ ਸਮਾਂ, ਵੱਧ ਘੰਟੇ ਦਾ ਸਮਾਂ ਤੁਹਾਨੂੰ ਉੱਥੇ ਲੱਗ ਗਿਆ ਆਪਣਾ ਸਪਸ਼ਟੀਕਰਨ ਦਿੰਦੇ ਹੋਏ। 2016 ਦਾ ਗੱਲ ਕੀਤੀ ਹੈ, 2016 ਦੇ ਵਿੱਚ ਵੀ ਇਹ ਮੁੰਸ਼ੀ ਨੇ ਤੁਹਾਡੇ ਉੱਥੇ ਗੱਲਾਂ ਵੀ ਹੋਈਆਂ ਕਿ ਅਰੈਸਟ ਕੀਤਾ ਗਿਆ, ਭਗੌੜਾ ਸੀਗਾ ਸਮਰ ਫਰਾਰ ਸੀਗਾ, ਸਮਰ ਦੀ ਇਹ ਕਾਫੀ ਜਿਹੜੀ ਹੈ ਕੋਸ਼ਿਸ਼ਾਂ ਕੀਤੀਆਂ ਗਈਆਂ ਪਕੜਨ ਵਾਸਤੇ। ਆਖਿਰ ਇਸ ਦੇ ਨਾਲ ਤੁਹਾਡਾ ਕੀ ਹੈ ਤਾਲੁਕਾਤ, ਕੀ ਹੈ? ਸਰ ਬਿਲਕੁਲ ਤੁਸੀਂ ਠੀਕ ਹੋ, ਕਿਉਂਕਿ ਉਸਨੇ ਜਿੰਨਾ ਵੀ ਗਲਤ ਗਾਈਡ ਕੀਤਾ ਇਸ ਮੁੰਸ਼ੀ ਨੇ ਕੀਤਾ ਸੀ 2016 ਦੇ ਵਿੱਚ। ਇਸ ਨੂੰ ਹਾਲੇ ਤੱਕ ਮੈਨੂੰ ਸਮਝ ਨਹੀਂ ਆ ਰਹੀ ਕਿ ਮੁੰਸ਼ੀ ਲਗਾਇਆ ਕਿਸ ਨੇ ਆ, ਜਿਸ ਨੂੰ ਇਹੀ ਨਹੀਂ ਪਤਾ ਕਿ ਇਹ ਲੋਕ ਉਸ ਮਾਮਲਿਆਂ 'ਚੋਂ ਬਰੀ ਹੋ ਚੁੱਕੇ ਨੇ। ਬਿਲਕੁਲ ਕਲੀਨ ਚਿੱਟਾਂ ਤੋਂ ਅਸੀਂ ਬਰੀ ਹਾਂ। 2016 ਦੇ ਵਿੱਚ ਮੇਰੇ ਦੇ ਉੱਤੇ ਕਾਫੀ ਕਤਲ ਦੇ ਦਿੱਤੇ ਗਏ ਸੀ ਟਾਰਗੇਟ ਕਿਲਿੰਗ ਮਾਮਲੇ ਨੂੰ ਲੈ ਕੇ। ਉਸ ਦੇ ਵਿੱਚ ਇਹਨੇ ACP ਸਾਹਿਬ ਨੂੰ ਟੋਟਲ ਗਲਤ ਗਾਈਡ ਜਦੋਂ ਕੀਤਾ ਤੇ ਅਸੀਂ ਸਵਾਲ ਜਵਾਬ ਸਰ ਨੂੰ ਪੁੱਛੇ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਗਲਤ ਗਾਈਡ ਇਸਨੇ ਕੀਤਾ। ਮੈਂ ਕਿਹਾ ਸਰ ਮੈਂ ਰਿਟਨ ਦੇ ਵਿੱਚ ਕਰੂੰਗਾ ਕਿ ਤੁਸੀਂ ਮੇਰੀ ਛਵੀ ਖਰਾਬ ਕਰ ਰਹੇ ਹੋ। ਅੱਜ ਰੋਡ ਦੇ ਉੱਤੇ ਖੜ ਕੇ ਤੁਸੀਂ ਕਿਸੇ ਦੇ ਵੀ ਕਹਿਣ ਉੱਤੇ ਇੱਦਾਂ ਕਰ ਸਕਦੇ ਹੋ। ਬਟ ACP ਸਾਹਿਬ ਨੇ ਐਕਸ਼ਨ ਲੈਂਦੇ ਹੋਏ ਮੇਰੇ ਤੋਂ ਰਿਟਨ ਮੈਂ ਉਹਨਾਂ ਨੂੰ ਕਾਰਵਾਈ ਦਿੱਤੀ ਤਾਂ ਉਹਨਾਂ ਨੇ ਮੌਕੇ ਦੇ ਉੱਤੇ ਹੀ ਜਿਹੜਾ ਜੌਨ ਪੀਟਰ ਸੀਗਾ ਮੁੰਸ਼ੀ ਆ ਉਹਨੂੰ ਲੈਣ ਹਾਜ਼ਰ ਕਰ ਦਿੱਤਾ ਗਿਆ ਹੈ। ਲੇਕਿਨ ਜਦੋਂ ਲੈਣ ਹਾਜ਼ਰ ਕਰ ਦਿੱਤਾ ਉਸ ਤੋਂ ਬਾਅਦ ਤੁਹਾਡਾ ਟਕਰਾਵ ਕੀ ਸੀਗਾ? ਕਿ ਉਸ ਕਾਫੀ ਆਰੋਪ ਵੀ ਉਸ ਸਮੇਂ ਤੁਹਾਡੇ ਉੱਤੇ ਲੱਗ ਰਹੇ ਸੀਗੇ ਕਿ ਤੁਸੀਂ ਜੂਆ ਖਿਲਾਉਂਦੇ ਹੋ ਜਾਂ ਤੁਸੀਂ ਗੈਂਗਸਟਰਾਂ ਦੇ ਨਾਲ ਤੁਹਾਡੇ ਸੰਪਰਕ ਨੇ। ਆਖਿਰ ਕਈ ਗੱਲਾਂ ਉੱਤੇ ਹੋ ਰਹੀਆਂ ਸੀਗੀਆਂ ਜਿਹਦਾ ਤੁਸੀਂ ਸਪਸ਼ਟੀਕਰਨ ਵੀ ਉੱਥੇ ਮੌਕੇ 'ਤੇ ਦੇ ਰਹੇ ਸੀਗੇ। ਆਖਿਰ ਇਹ ਗੱਲਾਂ ਕਿੱਥੋਂ ਬਾਹਰ ਆ ਗਈਆਂ? ਆਖਿਰ ਕੀ ਪੀਟਰ ਜਿਹਦਾ ਜੌਨ ਮਸੀਹ ਜਿਸ ਤੁਸੀਂ ਮੁੰਸ਼ੀ ਦਾ ਨਾਮ ਲੈ ਰਹੇ ਹੋ, ਕਿ ਤੁਹਾਡੀ ਉਹਦੇ ਨਾਲ ਕੁਝ ਪੈਸਿਆਂ ਦੇ ਕਰਕੇ ਰੰਜੀ ਸੀਗੀ? ਸਰ ਮੇਰੀ ਐਕਚੁਅਲ ਦੇ ਵਿੱਚ ਇੱਕ ਰਿਟ ਚੱਲਦੀ ਆ ਜਿਹਦੇ ਵਿੱਚ ਮੈਂ 65 ਮੁਲਾਜ਼ਮਾਂ ਦੇ ਖਿਲਾਫ ਇੱਕ ਰਿਟ ਦਾਇਰ ਕੀਤੀ ਆ। ਇਹਨਾਂ ਨੂੰ ਡਿਸਮਿਸ ਦੀ ਮੰਗ ਕੀਤੀ ਹੋਈ ਆ ਹਾਈ ਕੋਰਟ ਦੇ ਉੱਤੋਂ, ਕਿਉਂਕਿ 2016 ਦੇ ਵਿੱਚ ਮੈਂ ਨਜਾਇਜ਼ ਜੇਲ੍ਹ ਕੱਟੀ ਸੀਗੀ, ਜਿਸ ਦੇ ਵਿੱਚ ਮੈਨੂੰ ਬਿਲਕੁਲ ਕਲੀਅਰ ਕਰ ਦਿੱਤਾ ਗਿਆ ਸੀ। ਪੰਜਾਬ ਪੁਲਿਸ ਨੇ ਮੇਰੇ ਅਗੇਂਸਟ ਇੱਕ ਝੂਠੇ ਚਲਾਨ ਪੇਸ਼ ਕਰ ਦਿੱਤੇ ਗਏ ਸੀਗੇ। ਉਹ ਚਲਾਨ ਦੇ ਰਿਕਾਰਡਿੰਗ ਕਈ ਅਫਸਰ ਹੈਗੇ ਆ ਜਿਹੜੇ ਮੇਰੇ ਨਾਲ ਲਾਗ ਡਾਟ ਖਾਂਦੇ ਨੇ। ਲੇਕਿਨ ਲਾਗ ਡਾਟ ਖਾਣ ਤੋਂ ਬਾਵਜੂਦ ਵੀ ਲੇਕਿਨ ਅੱਜ ਨੂੰ ਉਹਦਾ ਪੂਰਾ ਬਦਲਾ ਲਿੱਤਾ ਗਿਆ ਸੀ ਇੱਕ ਕਿਹਾ ਜਾਵੇ ਮੁੰਸ਼ੀ ਵੱਲੋਂ। ਸਰ ਇਹ ਹੁੰਦਾ ਨਹੀਂ ਆ, ਇਹ ਰੈਗੂਲਰ ਮੈਨੂੰ ਫਸਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਆ। ਮੈਨੂੰ ਰੈਗੂਲਰ ਥ੍ਰੈਟ ਆਉਂਦੀ ਆ ਕਿ ਜੇ ਤੂੰ ਸਾਡੇ ਅਗੇਂਸਟ ਰਿਟ ਦਾਇਰ ਕਰੇਗਾ ਤੈਨੂੰ ਕਿਸੇ ਮਾਮਲੇ 'ਚ ਵਿੱਚ ਦਾਖਲ ਕਰ ਦਾਂਗੇ। ਇਹ ਅਗਰ ਮੈਨੂੰ ਕਹਿੰਦੇ ਨੇ ਕਿ ਮੇਰੇ ਕਿਸੇ ਗੈਂਗਸਟਰ ਨਾਲ ਸੰਬੰਧ ਆ, ਮੈਂ ਜੂਆ ਕਰਾਨਾ। ਸਰ 2016 ਦੇ ਵਿੱਚ ਵੀ ਇਹਨਾਂ ਨੇ ਮੈਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ। ਉਦੋਂ ਕਿਉਂ ਨਹੀਂ ਇਹਨਾਂ ਕੋਲ ਸਾਬਿਤ ਹੋਇਆ ਕੁਝ? ਉਦੋਂ ਇਹਨਾਂ ਨੇ ਕਿਹਾ ਜੀ ਇਹ ਕੋ ਅਸਾਲਟਾਂ ਜੀ, ਉਦੋਂ ਵੀ ਕੁਝ ਨਹੀਂ ਸਾਬਿਤ ਹੋਇਆ। ਸਰ ਫੇਕ ਨਿਊਜ਼ ਟੋਟਲ ਬਣਾਈ ਜਾ ਰਹੀ ਆ। ਇਹ ਕਿਸੇ ਨਾ ਕਿਸੇ ਨੂੰ ਵੀ ਪਲਾਂਟ ਕਰਦੇ ਨੇ। ਅਗਰ ਇਹ ਕਿਹਾ ਜਾਵੇ ਕਿ ਕਿਸੇ ਨੂੰ ਵੀ ਇਹ ਗੈਂਗਸਟਰ ਬਣਾਉਂਦੇ ਨੇ ਤੇ ਜਿਹੜਾ ਇਹਨਾਂ ਦਾ SHO ਆ ਇੰਦਰਜੀਤ, ਉਹਦੇ ਕੋਲ ਅਸਾਲਟਾਂ ਬਰਾਮਦ ਹੋਈਆਂ, ਉਹ ਵੀ ਤਾਂ ਪੰਜਾਬ ਪੁਲਿਸ ਦਾ ਸੀ। ਤੇ ਜੰਮੂ ਦਾ ਇੱਕ DSP ਸੀਗਾ ਜਿਹੜਾ ਅੱਤਵਾਦੀਆਂ ਨੂੰ ਆਰ-ਪਾਰ ਕਰਾ ਰਿਹਾ ਸੀਗਾ। ਤੇ ਕਈ ਇਹਨਾਂ ਦੇ ਅਫਸਰ ਆ ਜਿਹੜੇ ਰੇਪ ਮਾਮਲਿਆਂ ਦੇ ਵਿੱਚ ਵੀ ਅਵੇਲੇਬਲ ਨੇ। ਤੇ ਉਹਨਾਂ ਦੀ ਛਵੀ ਇਹਨਾਂ ਲਈ ਮਾਇਨੇ ਨਹੀਂ ਕਰਦੀ ਕਿ ਜਿਹੜੇ ਆਮ ਸਿਵਿਲੀਅਨ ਆ ਉਹਨਾਂ ਨੂੰ ਹੀ ਤੰਗ ਕਰਨਾ ਇਹਨਾਂ ਨੇ ਪੇਸ਼ਾ ਬਣਾਇਆ ਹੋਇਆ। ਆਈ ਥਿੰਕ ਮੇਰੇ ਖਿਆਲ ਨਾਲ ਜਿਹੜਾ ਪੰਜਾਬ ਆ ਉਹ ਅਫਗਾਨਿਸਤਾਨ ਬਣ ਚੁੱਕਾ ਜੀ। ਲੇਕਿਨ ਸਮਰ ਗੱਲ ਕੀਤੀ ਜਾਵੇ ਇੱਥੇ ਕਿ 2021 ਦੇ ਵਿੱਚ ਵੀ ਥਾਣਾ ਡਿਵੀਜ਼ਨ ਨੰਬਰ 3 ਦੇ SHO ਸਤੀਸ਼ ਵੱਲੋਂ ਵੀ ਇਸ ਘਰ ਦੇ ਵਿੱਚ ਜਿੱਥੇ ਅਸੀਂ ਬੈਠੇ ਹਾਂ ਬਾਕਾਇਦਾ ਰੇਡ ਕੀਤੀ ਜਾਂਦੀ ਹੈ ਆ ਕੇ ਕਿ ਇੱਥੇ ਜੂਆ ਚੱਲਦਾ। ਲੇਕਿਨ ਉਹਦੀ ਵੀ ਤੁਸੀਂ ਹਾਈ ਕੋਰਟ ਰਿਟ ਲਾਈ ਸੀ, ਲੇਕਿਨ ਕੁਝ ਮਿਲਿਆ ਨਹੀਂ ਸੀਗਾ। ਥਾਣਾ ਵੀ ਤੁਸੀਂ ਘੇਰ ਲਿੱਤਾ ਸੀਗਾ। SHO ਦੇ ਖਿਲਾਫ ਵੀ ਕਾਫੀ ਰਿਟਾਂ ਲਗਾਈਆਂ ਸੀਗੀਆਂ, ਲੇਕਿਨ ਪੰਜਾਬ ਪੁਲਿਸ ਨੂੰ ਉਹ ਤੋਂ ਸਬਕ ਨਹੀਂ ਮਿਲਿਆ ਸੀਗਾ ਕਿ ਇਸ ਘਰ ਦੇ ਵਿੱਚ ਜੂਆ ਨਹੀਂ ਚੱਲਦਾ। ਲੇਕਿਨ ਬਾਰ-ਬਾਰ ਫਿਰ ਇੱਕੋ ਦਾਗ ਲੱਗਦਾ ਸਮਰ ਦੇ ਉੱਤੇ। ਸਰ ਇਹਨਾਂ ਕੋ ਕੋਈ ਐਸਾ ਐਵੀਡੈਂਸ ਨਹੀਂ ਆ ਮੇਰੇ ਖਿਲਾਫ, ਕਿਉਂਕਿ ਮੈਂ 24 ਆਰ ਮੇਰੇ ਘਰ ਦੇ CCTV ਚੱਲਦੇ ਆ। ਕਿਉਂਕਿ ਮੈਂ ਆਪਣੇ ਘਰੋਂ ਜਾਂ ਕਿਤੇ ਵੀ ਜਾਣਾ ਮੈਂ CCTV 'ਚ ਜਾਣਾ। ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਆ ਕਿ ਅਗਰ ਤੁਹਾਨੂੰ ਲੱਗਦਾ ਕਿ ਮੈਂ ਗਲਤ ਛਵੀ ਦਾ ਆ ਤਾਂ ਫਿਰ ਇਹ ਸਾਬਿਤ ਕਰਨ। ਸਾਬਿਤ ਨਹੀਂ ਕੁਝ ਕਰ ਪਾਉਂਦੇ, ਕਿਉਂਕਿ ਜਿਹੜੇ ਕੁਝ ਐਸੇ ਇਹਨਾਂ ਦੇ ਅਫਸਰ ਆ ਜਿਹੜੇ ਮੈਨੂੰ ਕਿੰਨੀ ਵਾਰ ਕਹਿ ਚੁੱਕੇ ਆ ਸਾਡੇ ਨਾਲ ਕੰਪਰੋਮਾਈਜ਼ ਕਰ ਲਾ, ਜਿਹੜੇ ਤੇਰੇ ਤੋਂ ਅਸੀਂ ਰਿਸ਼ਵਤ ਦੇ ਪੈਸੇ ਲਿੱਤੇ ਸੀ ਉਹ ਵੀ ਵਾਪਸੀ ਦੇਣ ਨੂੰ ਤਿਆਰ ਆ। ਕਈ SHO ਆ, CIA 1 ਦੇ ਕਈ SHO ਨੇ ਜਿਹੜੇ ਮੇਰੇ ਤੋਂ ਪੈਸੇ ਲੈ ਚੁੱਕੇ ਨੇ। ਤੇ ਉਸ ਸਮੇਂ ਮੈਨੂੰ ਮੇਰੀ ਫੈਮਿਲੀ ਨੂੰ ਇਹਨਾਂ ਨੇ ਡਿਸਚਾਰਜ ਕੀਤਾ ਗਿਆ ਸੀਗਾ। ਤੇ ਬਟ ਉਹੀ ਇਸ ਟਾਈਮ ਮੈਨੂੰ ਪਰੇਸ਼ਾਨ ਕਰ ਰਹੇ ਨੇ
ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਆੜੇ ਲੈ ਲਈਏ। ਇਹਦੇ ਵਿੱਚ ਨਾਮ ਲੈਣ ਤੋਂ ਗੁਰੇਜ਼ ਕਿਉਂ ਕੀਤੀ ਜਾਂਦੀ? ਸੀਏ 1 ਦੇ ਕਿਹੜੇ ਉਹ ਮੁਲਾਜ਼ਮ ਨੇ ਜਿਨ੍ਹਾਂ ਨੇ ਤੁਹਾਨੂੰ ਉਹਨਾਂ ਟੌਰਚਰ ਕੀਤਾ, ਤੁਹਾਡੀ ਫੈਮਿਲੀ ਨੂੰ ਟੌਰਚਰ ਕੀਤਾ ਤੇ ਤੁਹਾਡੇ ਕੋਲ ਬਕਾਇਦਾ ਪੈਸੇ ਹੀ ਲਿੱਤੇ ਨੇ? ਸਰ ਦੇਖੋ, ਮੈਂ ਰਿਟਨ ਕੰਪਲੇਂਟ ਰਜੇਸ਼ ਸ਼ਰਮਾ, ਜਿਨ੍ਹਾਂ ਨੇ ਮੇਰੀ ਫੈਮਿਲੀ ਤੋਂ 5 ਲੱਖ ਰੁਪਈਆ ਲਿੱਤਾ ਸੀਗਾ ਡਿਸਚਾਰਜ ਕਰਾਉਣ ਦਾ, ਮੈਂ ਟੋਟਲ ਅਫਸਰਾਂ ਨੂੰ ਉਹਨੂੰ ਕਲੀਅਰ ਕਰਾ ਚੁੱਕਾ ਆ। ਮੇਰੀ ਰਿਟ ਜਿਹੜੀ ਆ ਪੈਂਡਿੰਗ ਆ, ਤੇ ਅੱਜ ਵੀ ਅਗਰ ਮੈਂ ਕਹਾਂ ਤਾਂ ਮੈਂ ਸੀਐਮ ਤੋਂ ਲੈ ਕੇ ਹਰ ਜਗ੍ਹਾ ਦੇ ਉੱਤੇ ਐਪਲੀਕੇਸ਼ਨਾਂ ਆਪਣੀਆਂ ਪਾਈਆਂ ਹੋਈਆਂ। ਇਹ ਲੋਕ ਕਈ ਵੀ ਥਾਂ ਤੇ ਮੈਨੂੰ ਮਰਵਾ ਸਕਦੇ ਨੇ। ਮੈਂ ਉਸ ਦੇ ਰਿਕਾਰਡਿੰਗ ਵੀ ਆ, ਇੱਕ ਵਾਰ ਮੈਨੂੰ ਇੱਕ ਐਸਐਚਓ ਨੇ, ਮੈਂ ਉਸ ਦਾ ਚਲੋ ਨਾਮ ਨਹੀਂ ਦੱਸ ਪਾਉਂਦਾ, ਉਹਨਾਂ ਨੇ ਇੱਕ ਗੈਂਗਸਟਰ ਨੂੰ ਮੇਰੀ ਸੁਪਾਰੀ ਦੇ ਦਿੱਤੀ। ਉਸ ਗੈਂਗਸਟਰ ਨੇ ਮੈਨੂੰ ਘੇਰ ਕੇ ਮੇਰਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੇਰੀ ਕੀਤੀ ਹੋਈ ਨੇਕੀ ਮੇਰੇ ਅੱਗੇ ਆਈ ਸੀ। ਮੈਂ ਉਸ ਸਮੇਂ ਕਿਸੇ ਦਾ ਕੋਈ ਐਸਾ ਇਲਾਜ ਕਰਾਇਆ ਸੀ ਹਸਪੀਟਲ ਦੇ ਵਿੱਚ ਜਿਸ ਨੂੰ ਉਹ ਗੈਂਗਸਟਰ ਆਪਣੀ ਮਾਂ ਸਮਝਦਾ ਸੀ, ਤਾਂ ਉਸ ਦੇ ਦਰਮਿਆਨ ਮੈਂ ਬਚ ਗਿਆ ਸੀ। ਬਟ ਉਸਨੇ ਮੈਨੂੰ ਸਾਰੀ ਗੱਲ ਕਲੀਅਰ ਕਰ ਦਿੱਤੀ ਗਈ ਸੀ ਕਿ ਫਲਾਣੇ ਐਸਐਚਓ ਨੇ ਤੈਨੂੰ ਮਾਰਨ ਦੀ ਸੁਪਾਰੀ ਦਿੱਤੀ ਗਈ ਆ, ਤੇ ਉਸ ਦੇ ਰਿਕਾਰਡਿੰਗ ਮੈਂ ਅਫਸਰਾਂ ਦੇ ਧਿਆਨ ਦੇ ਵਿੱਚ ਗੱਲ ਲਿਆ ਦਿੱਤੀ ਗਈ ਆ। ਅਗਰ ਤੁਸੀਂ ਕਹੋਗੇ ਰਿਟਨ ਕੰਪਲੇਂਟ, ਸਰ ਰਿਟਨ ਕੰਪਲੇਂਟ ਕਰਾਉਣ ਵਾਲੇ ਵੀ ਇਹਨਾਂ ਦੇ ਆਪਣੇ ਅਫਸਰ ਆ। ਲੇਕਿਨ ਇਸ ਮਾਮਲੇ ਦੇ ਉੱਤੇ ਕੀ ਕਾਰਵਾਈ ਕੀਤੀ ਗਈ ਹੈ? ਤੁਹਾਡੇ ਵੱਲੋਂ ਕੀ ਐਸੀ ਕੰਪਲੇਂਟ ਦਿੱਤੀ ਗਈ ਹੈ ਜਿਸ ਤੋਂ ਬਾਅਦ ਉਸ ਮੁਨਸ਼ੀ ਉੱਤੇ ਗਾਹ ਡਿੱਗੀ ਹੈ? ਸਰ ਉੱਥੇ ਅਸੀਂ 2-3 ਘੰਟੇ ਅਸੀਂ ਇੱਕ ਗੱਲ ਕਹੀ ਕਿ ਸਰ ਤੁਸੀਂ ਸਾਡੀ ਛਵੀ ਖਰਾਬ ਕੀਤੀ ਆ। ਚਲੋ ਅਸੀਂ ਏਸੀਪੀ ਸਾਹਿਬ ਦਾ ਧੰਨਵਾਦ ਇਸ ਲਈ ਕਰਨਾ ਚਾਹੁੰਦੇ ਹਾਂ ਕਿ ਏਸੀਪੀ ਸਾਹਿਬ ਨੇ ਮੌਕੇ 'ਤੇ ਜਿਹੜੇ ਮਿਸਗਾਈਡ ਹੋਏ ਸੀ ਉਹਨਾਂ ਨੇ ਸਾਰੀ ਗੱਲ ਕਲੀਅਰ ਕਰ ਲਿੱਤੀ ਗਈ। ਕਲੀਅਰ ਕਰਕੇ ਉਹਨਾਂ ਨੂੰ ਪਤਾ ਚੱਲ ਗਿਆ ਕਿ ਜਿਹੜਾ ਮੁਨਸ਼ੀ ਆ ਉਹ ਬੇਵਜ੍ਹਾ ਦੇ ਹਰਾਸਮੈਂਟਾਂ ਕਰਾਉਣਾ ਚਾਹੁੰਦਾ ਆ, ਕਿ ਉਹ ਬੇਵਜ੍ਹਾ ਦਾ ਮੇਰੇ ਤੋਂ ਲਾਗ ਡਾਟ ਖਾਂਦਾ ਆ। ਉਹ ਉਹਨਾਂ ਅਫਸਰਾਂ ਨਾਲ ਮਿਲਿਆ ਹੋਇਆ ਜਿਨ੍ਹਾਂ ਦੇ ਅਗੇਂਸਟ ਮੇਰੀਆਂ ਰਿਟਾਂ ਚੱਲਦੀਆਂ ਹੈਗੀਆਂ। ਤੁਹਾਨੂੰ ਇਨਸਾਫ ਮਿਲ ਗਿਆ? ਸਰ ਹਾਲੇ ਤਾਂ ਦੇਖੋ ਜੀ ਲਾਈਨ ਹਾਜ਼ਰ ਕੀਤਾ, ਹਾਲੇ ਤਾਂ ਮੈਂ ਚਾਹੂੰਗਾ ਜੀ ਉਹਤੇ FIR ਹੋਵੇ ਤਾਂ ਕਿ ਉਹ ਲੋਕ ਇੱਦਾਂ ਕਿਸੇ ਨਾਲ ਦੁਸ਼ਮਣੀ ਨਾ ਕੱਢਣ। ਜੀ ਬਿਲਕੁਲ, ਸਾਡੇ ਨਾਲ ਸਮਰ ਸਾਡੇ ਨਾਲ ਮੌਜੂਦ ਸੀ। ਜ਼ਿਲ੍ਹਾ ਪ੍ਰਧਾਨ ਨੇ ਸ਼ਿਵ ਸੈਨਾ ਯੁਵਾ ਮੋਰਚਾ ਤੋਂ, ਜ਼ਿਲ੍ਹਾ ਪ੍ਰਭਾਰੀ ਨੇ ਸ਼ਿਵ ਸੈਨਾ ਯੁਵਾ ਮੋਰਚਾ ਤੋਂ ਗੱਲ ਕੀਤੀ ਹੈ ਵੇ 2 ਨੰਬਰ ਥਾਣੇ ਦੀ ਪੁਲਿਸ ਵੱਲੋਂ ਉਹਨਾਂ ਨੂੰ ਰੋਕਿਆ ਜਾਂਦਾ, ਜਿਸ ਦੇ ਉੱਤੇ ਇਹਨਾਂ ਨੇ ਇੱਕ ਮੁਨਸ਼ੀ ਹੈ ਪੀਟਰ, ਜਿਸ ਦੇ ਉੱਤੇ ਇਹਨਾਂ ਨੇ ਕਾਫੀ ਗੰਭੀਰ ਆਰੋਪ ਲਗਾਏ ਨੇ ਕਿ ਉਸਨੇ ਪੁਰਾਣੀ ਰੰਜਿਸ਼ ਦੇ ਕਰਕੇ ਮੇਰੀ ਉੱਥੇ ਬੇਇੱਜ਼ਤੀ ਕੀਤੀ, ਮੇਰੀ ਬਦਨਾਮੀ ਕੀਤੀ, ਮੇਰੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਉੱਥੋਂ ਹੀ ਇਹਨਾਂ ਨੇ ਸੀਏ 1 ਦੇ ਇੰਚਾਰਜ ਜਿਹੜੇ ਰਜੇਸ਼ ਜੀ ਉਹਨਾਂ ਨੂੰ ਵੀ ਆਪਣੇ ਆੜੇ ਹੱਥੇ ਲੈ ਲਿੱਤਾ। ਲੇਕਿਨ ਗੱਲ ਕੀਤੀ ਹੈ ਵੀ ਜੋ ਉੱਥੇ ਅਸਲਾ ਮਿਲਿਆ ਸੀਗਾ, ਜੋ ਪੁਲਿਸ ਨੇ ਆਇਡੈਂਟੀ ਚੈੱਕ ਕੀਤੀ ਸੀਗੀ, ਉਹਦੀ ਪੂਰੀ ਦੀ ਪੂਰੀ ਪੈਰਵਾਈ ਇਹਨਾਂ ਨੇ ਆਪ ਕੀਤੀ ਹੈ, ਤੇ ਉਹ ਜਿਹੜੇ ਸ਼ਖਸ ਕੋਲ ਅਸਲਾ ਸੀਗਾ ਉਸ ਦੇ ਕੋਲ ਵੀ ਜਿਹੜੀ ਹੈ ਪੁਲਿਸ ਨੇ ਪੂਰੀ ਵੈਰੀਫਿਕੇਸ਼ਨ ਕੀਤੀ ਹੈ। ਇਹਦੇ ਵਿੱਚ ਜ਼ਿਆਦਾ ਜਾਣਕਾਰੀ ਅਸੀਂ ਲੈਂਦੇ ਹਾਂ ACP ਸੈਂਟਰਲ ਦੇ ਕੋਲ, ਆਖਿਰ ਕੀ ਮਾਮਲਾ ਸੀਗਾ, ਆਖਿਰ ਕਿਉਂ ਇੰਨਾ ਵੱਡਾ ਸੀਨ ਕ੍ਰੀਏਟ ਹੋਇਆ ਕਿ ਆਖਿਰ ਇਸ ਸ਼ਖਸ ਨੂੰ ਪੁਲਿਸ ਦੇ ਉੱਤੇ ਹੀ ਇੱਕ ਕੰਪਲੇਂਟ ਦੇਣ ਨੂੰ ਮਜਬੂਰ ਹੋਣਾ ਪੈ ਗਿਆ। ਸਰ ਸੈਂਟਰ ACP ਸਾਹਿਬ ਬੋਲ ਰਹੇ? ਸਰ बोल रहे हैं जी। सर विशाल कपूर गल करदा लुधियाना लाइव तो पत्रकार। ठीक हो सर? साहब बहुत अच्छे, तुसीं सुनाओ। बस भरावां दा प्यार है सर। अच्छा सर, समर डसूजा नहीं है परसों तुसीं नाके ते रोके होना कोई पिस्टल वेरीफिकेशन करन वास्ते, जिहदी कहा सुनी होगी होनी उत्थे, उन्हें प्रेस कॉन्फ्रेंस कीती सर। आखिर मामला की हैगा सर? वो रो बड़े लगा रहा एक मुंशी दे उत्ते। हाँ ਉਹਦੇ ਸੀਗੇ, ਉਹਨੇ ਕੰਪਲੇਂਟ ਕੀਤੀ ਸੀਗੀ ਸਮਰ ਵੱਲੋਂ ਨਾ, ਇੱਕ ਆਈ ਸੀ ਜੀ। ਉਹ ਮੁਨਸ਼ੀ ਦੇ ਉੱਤੇ ਐਕਸ਼ਨ ਲਿਆ ਗਿਆ ਆਪਣੇ, ਸਾਡੇ ਵੱਲੋਂ ਉਹਦੀ ਜਿਹੜੀ ਰਵਾਨਗੀ ਪੁਲਿਸ ਲਾਈਨ ਦੀ ਕਰ ਦਿੱਤੀ ਗਈ ਹੈ ਜੀ। ਬਾਕੀ ਇਹਦੀ ਕੰਪਲੇਂਟ ਨੂੰ ਅਸੀਂ ਵੈਰੀਫਾਈ ਕਰਦੇ ਪਏ ਹਾਂ, ਅਸੀਂ ਜ਼ਰੂਰ ਉੱਤੇ ਕਾਰਵਾਈ ਕਰਾਂਗੇ। ਕੀ ਮਾਮਲਾ ਹੈਗਾ ਕੀ ਸੀਗਾ ਸਰ ਅਮਨਦੀਪ ਜੀ? ਮਾਮਲਾ ਤਾਂ ਬ੍ਰਦਰ ਇਹਦੇ ਵਿੱਚ ਨਾ, ਇਹ ਜਿਹੜਾ ਸੀਗਾ ਇੱਕ ਕੀ ਕਹਿੰਦੇ ਹੈਗੇ ਆ, ਬੰਦਾ ਉੱਥੇ ਰਾਉਂਡ ਅਪ ਕੀਤਾ ਸੀਗਾ, ਉਹਦੇ ਕੋਲ ਵੈਪਨ ਸੀਗਾ, ਉਹ ਵੈਰੀਫਾਈ ਕਰ ਰਹੇ ਸੀਗੇ ਜੀ। ਉਹਦੀ ਸਿਫਾਰਿਸ਼ ਦੇ ਵਿੱਚ ਆਇਆ ਸੀਗਾ ਸਮਰ, ਤੇ ਉਹਦੇ ਵਿੱਚ ਫਿਰ ਮੁਨਸ਼ੀ ਨੇ ਕੁਛ ਇਹਦੇ ਬਾਰੇ ਮਿਸ ਇਨਫੋਰਮੇਸ਼ਨ ਪਾਸ ਆਨ ਕੀਤੀ ਜੀ, ਵੀ ਏਦਾਂ ਕਰਕੇ ਵੀ ਇਹ ਕਹਿੰਦਾ ਜੀ ਮੈਂ ਧਰਨਾ ਲਾਉਂਗਾ ਜੀ। ਜਦੋਂ ਫਿਰ ਉਸ ਤੋਂ ਬਾਅਦ ਫਿਰ ਜਦੋਂ ਕਲੈਰੀਫਾਈ ਕੀਤਾ ਤਾਂ ਮੁਨਸ਼ੀ ਵੱਲੋਂ ਜਿਹੜੀ ਇਨਫੋਰਮੇਸ਼ਨ ਗਲਤ ਦਿੱਤੀ ਗਈ ਪਾਈ ਕੀ ਜੀ, ਤੇ ਉਹਦੇ ਬਾਰੇ ਰਿਪੋਰਟ ਲੈ ਰਿਹਾ ਹੈ ਕਿ ਮੈਂ SHO ਤੋਂ ਫਰਦਰ ਕਾਰਵਾਈ ਉਹਦੇ ਅਨੁਸਾਰ ਕਰ ਦਿੱਤੀ ਜਾਏਗੀ ਜੋ ਸੱਚ ਹੋਏਗਾ। ਲੇਕਿਨ ਸਰ ਇਹਨੇ ਇਹ ਵੀ ਕਿਹਾ ਕਿ ਮੇਰੇ ਉੱਤੇ ਜੂਏ ਖਿਡਾਉਣ ਦੇ ਵੀ ਆਰੋਪ ਉੱਥੇ ਲੱਗੇ ਸੀਗੇ, ਮੈਨੂੰ ਕਾਫੀ ਉੱਤੇ ਪ੍ਰੈਸ਼ਰ ਵੀ ਪਾਇਆ ਗਿਆ ਸੀਗਾ। ਉਹਨਾਂ ਨੇ ਆਪਣੇ ਉਹ ਜਿਹੜਾ ਉਹਦੇ ਵਿੱਚ ਲਾਏ ਹੈਗੇ ਆ ਐਲੀਗੇਸ਼ਨ ਲਾਏ ਹੈਗੇ, ਐਪਲੀਕੇਸ਼ਨ ਦੇ ਵਿੱਚ ਉਹਨਾਂ ਨੇ ਲਿਖਿਆ ਜੀ। ਉਹ ਚੀਜ਼ ਆਪਾਂ ਵੈਰੀਫਾਈ ਕਰਦੇ ਪਏ ਹੈਗੇ ਆ, ਵੈਰੀਫਿਕੇਸ਼ਨ ਤੋਂ ਬਾਅਦ ਜੈਸੀ ਸੂਰਤ ਵੈਸੀ ਕਾਰਵਾਈ ਕਰ ਦਿੱਤੀ ਜਾਏਗੀ। ਬਹੁਤ ਬਹੁਤ ਸ਼ੁਕਰੀਆ ਸਰ ਜਾਣਕਾਰੀ ਦੇਣ ਵਾਸਤੇ। ਥੈਂਕ ਯੂ ਸਰ। ਠੀਕ ਹੈ ਕੂਲ ਸਰ, ਠੀਕ ਥੈਂਕ ਯੂ। ਲੁਧਿਆਣਾ ਤੋਂ ਕੈਮਰਾਮੈਨ ਸੰਜੇ ਸੇਤੀਆ ਦੇ ਨਾਲ ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।